हाँ तुसी थोड़ा जिहा मूव करो तुसी हाँ दैट्स बेटर। हाँ जी ओके थैंक यू जी। हाँ जी मेरा नाम तो भाजी ने दस दिता, मेरा नाम संतोख कौर आ ते कौर दा नाम सुन के सारिਆਂ ਨੂੰ पता ही लग जाता कि बैकग्राउंड की आ, दसन की लोड़ नहीं रहिंदी। ते मैं प्रभु का शुक्र करदी कि प्रभु ने अपने शब्दां नूं साडी जिंदगी दे विच पूरा कीता। जिस तरह अफीसियां दे पहले चैप्टर दे विच ही लिखिया आ कि जगत दे रचन तो पहला ही मैं तैनूं चुन लिया। ਉਹਨੇ ਤਾਂ परमेश्वर ने तो चुन लिया सी, पर गल साडी सी कि असीं अपने दिल इन्ने पत्थर कीते होए सी कि असीं परमेश्वर वालों मुड़न नूं तैयार नहीं सी। क्योंकि पहला ही जिद्दां असीं सिख होण दे नाते ते जिस तरह सानूं टीचिंग मिली सी उस हिसाब नाल असीं चलदे सी कि ਇਹ ਜੇ कोई साडे डोर टू डोर इदां आउंदा भी सीगा परमेश्वर बारे प्रभु बारे दस्सण लई ते मैं बड़ी प्राउड हो के यही कहंदी हुंदी सी कि तुसीं तां एक गुरु नूं लैके टप्पदे, साडे कोल ते 10 गुरु आ। ते क्योंकि मेरे दिल च यही हुंदा सी हमेशा कि ਜਿਹੜਾ जीसस क्राइस्ट है गोरियां दा गुरु आ, साडा नहीं है। ते मैं इस लई सुणन नूं तैयार नहीं सी हुंदी। बच्चे आ मेरे दो, मैं उन्हां नूं भी जदों स्कूल जांदे सी तां मैं यही कहंदी हुंदी सी कि जदों ਉਹ जीसस दी प्रेयर करदे आ असैंबली दे विच ते तुसीं अपने गुरुआं दी प्रेयर करनी। मैं ऑलवेज इदां ही सोचदी हुंदी सीगी कि परमेश्वर जिहड़ा है साडा परमेश्वर, साडे गुरु जिहड़े सारा कुछ वा ते ਇਹ ਗੋਰਿਆਂ ਦੇ ਗੁਰੂ ਆ, जिस तरह ਦੇ ਸਾਡੇ ਉਦਾਂ ਦਾ ਇਹ ਇੱਕ ਆ। पर परमेश्वर दा आत्मा ਸਾਡੇ ਅੰਦਰ ਆਉਂਦਾ ਤਾਂ ਹੈ, ਪਰ ਉਸ ਵੇਲੇ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੁੰਦੇ। ਤੇ ਮੈਂ ਹੁਣ ਇਹੀ ਦੱਸਣਾ ਚਾਹੁੰਦੀ ਕਿ ਪਹਿਲਾਂ ਮੈਂ ਜਿੰਨੀ ਨਫ਼ਰਤ ਕਰਦੀ ਸੀ ਉਨਾ ਹੀ ਪਰਮੇਸ਼ਰ ਨੇ ਸਾਨੂੰ ਆਪਣੇ ਵੱਲ ਨੂੰ ਜਲਦੀ ਕਹਿ ਲੈਂਦੀ ਆ ਕਿ ਮੋੜ ਲਿਆ, ਕਿਉਂਕਿ ਪ੍ਰਭੂ ਨੇ ਸਾਨੂੰ ਆਪਣੇ ਵੱਲ ਨੂੰ ਲਗਾਇਆ। ਉਹਦੇ ਲਿਆਉਣ ਦਾ ਤਰੀਕਾ ਵੀ ਪ੍ਰਭੂ ਨੂੰ ਪਤਾ ਕਿ ਕਿਸ ਤਰ੍ਹਾਂ ਇਹਨਾਂ ਬੰਦਿਆਂ ਨੇ ਮੇਰੇ ਵੱਲ ਨੂੰ ਆਉਣਾ ਆ। ਅਸੀਂ ਤਾਂ ਨਹੀਂ ਸੀ ਸੋਚ ਸਕਦੇ ਕਿ ਅਸੀਂ ਇੱਧਰ ਨੂੰ ਆਉਣਾ, ਪਰ ਪਰਮੇਸ਼ਰ ਦੇ ਪਲਾਨ ਜਿਹੜੇ ਆ ਉਹਨਾਂ ਨੂੰ ਆਪਾਂ ਨੂੰ ਸਮਝਣਾ ਬੜਾ ਮੁਸ਼ਕਲ ਹੁੰਦਾ ਆ। ਤੇ ਜਿਸ ਤਰ੍ਹਾਂ ਕਿ ਜਸਾਇਆ ਦੇ ਵਿੱਚ ਲਿਖਿਆ ਕਿ ਮੇਰਾ ਹੱਥ ਛੋਟਾ ਨਹੀਂ ਕਿ ਮੈਂ ਤੁਹਾਨੂੰ ਬਚਾ ਨਾ ਸਕਾਂ, ਪਰ ਉਸ ਵੇਲੇ 1980 ਦੇ ਵਿੱਚ ਸਾਡੇ ਘਰ ਵਿੱਚ ਅੱਗ ਲੱਗ ਗਈ। ਮੇਰੀ ਗਵਾਹੀ ਇੱਥੋਂ ਹੀ ਸ਼ੁਰੂ ਹੁੰਦੀ ਆ ਕਿ 80 ਦੇ ਵਿੱਚ ਸਾਡੇ ਘਰ ਅੱਗ ਲੱਗ ਗਈ। ਤੇ ਉਸ ਵੇਲੇ ਮੈਂ ਜਿੱਦਾਂ ਮੇਰਾ ਆਪਣਾ ਵਿਚਾਰ ਵਾ ਕਿ ਉਸ ਵੇਲੇ ਸ਼ੈਤਾਨ ਨੂੰ ਵੀ ਪਤਾ ਲੱਗ ਗਿਆ ਹੋਣਾ ਆ ਕਿ ਇਹਨੇ ਪ੍ਰਭੂ ਵੱਲ ਨੂੰ ਮੁੜਨਾ, ਤੇ ਸ਼ੈਤਾਨ ਨੇ ਵੀ ਕੋਸ਼ਿਸ਼ ਕੀਤੀ ਮੇਰੀ ਅੱਖਾਂ ਵਗੈਰਾ ਜਾਲਣ ਦੀ, ਤਾਂ ਕਿ ਮੈਨੂੰ ਜਿਸ ਤਰ੍ਹਾਂ ਕਿ 4 ਦਿਨ ਦਿਸਿਆ ਵੀ ਨਹੀਂ ਸੀ। ਕਿਸੇ ਕੋਲੋਂ ਵੀ ਆ ਕੇ ਇੱਥੇ ਪੁੱਛ ਸਕਦੇ ਆ ਕਿ ਇਸ ਤਰ੍ਹਾਂ ਮੇਰੀ ਅੱਖਾਂ ਤੇ ਮੇਰਾ ਫੇਸ ਸਾਰਾ ਜਲ ਗਿਆ ਸੀ। ਤੇ ਜਦੋਂ ਮੈਂ ਉਸ ਵੇਲੇ ਇੰਨੀ ਸਿੱਖ ਸੀ ਤੇ ਫਿਰ ਮੈਂ ਹਸਪੀਟਲ ਦੇ ਵਿੱਚ ਪਈ ਸੀ, ਤੇ ਪਰਮੇਸ਼ਰ ਨੇ ਜਿੱਦਾਂ ਕਹਿ ਲਓ ਕਿ ਮੈਨੂੰ ਬਚਾਇਆ ਕਿ ਜਿਹੜਾ ਜਸਾਇਆ ਦੇ ਸ਼ਬਦ ਸੀ ਉਹ ਪੂਰੇ ਹੋਏ ਕਿ ਮੇਰਾ ਹੱਥ ਛੋਟਾ ਨਹੀਂ ਕਿ ਮੈਂ ਤੁਹਾਨੂੰ ਬਚਾ ਨਾ ਸਕਾਂ। ਤੇ ਜਦੋਂ ਮੈਂ ਹਸਪੀਟਲ ਦੇ ਵਿੱਚ ਪਈ ਸੀ ਤੇ ਸਾਡਾ ਰਿਸ਼ਤੇਦਾਰ ਸੀ ਇੱਕ, ਜਿਹੜਾ ਕਿ ਹਮੇਸ਼ਾ ਸਾਡੇ ਘਰ ਆਉਂਦਾ ਸੀ, ਉਹਨੇ ਕਦੇ ਵੀ ਸਾਨੂੰ ਇਹ ਨਹੀਂ ਸੀ ਦੱਸਿਆ ਕਿ ਮੈਂ ਚਰਚ ਜਾਂਦਾ ਆ। ਤੇ ਜਦੋਂ ਮੈਂ ਹਸਪੀਟਲ 'ਚ ਇੱਕ ਕਮਰੇ ਦੇ ਵਿੱਚ ਮੈਨੂੰ ਰੱਖਿਆ ਸੀ ਇਕੱਲੀ ਨੂੰ, ਕਿਉਂਕਿ ਮੇਰਾ ਫੇਸ ਦੇਖ ਕੇ ਸਾਰੇ ਡਰਦੇ ਸੀ ਵੀ ਕਿਸ ਤਰ੍ਹਾਂ ਦਾ ਆ। ਤੇ ਉਸ ਵੇਲੇ ਉਹ ਫੇਰ ਵੀ ਸਾਰੇ ਸਾਡੇ ਰਿਸ਼ਤੇਦਾਰ ਆਏ ਸਾਨੂੰ ਮੈਨੂੰ ਦੇਖਣ ਲਈ, ਪਰ ਉਸ ਤੋਂ ਬਾਅਦ ਉਹ ਇਕੱਲਾ ਹੀ ਫਿਰ ਬਾਅਦ ਵਿੱਚ ਬਾਈਬਲ ਲੈ ਕੇ ਆਇਆ ਮੇਰੇ ਰੂਮ ਦੇ ਵਿੱਚ ਤੇ ਆਣ ਕੇ ਮੈਨੂੰ ਦੱਸਣ ਲੱਗਾ ਕਿ ਆਂਟੀ ਜੀ ਜੀਸਸ ਠੀਕ ਕਰ ਸਕਦਾ। ਮੈਂ ਬੋਲ ਤਾਂ ਨਹੀਂ ਸੀ ਸਕਦੀ ਕਿਉਂਕਿ ਮੇਰੇ ਲਿਪਸ ਵੀ ਇੰਨੇ ਵੱਡੇ ਹੋ ਚੁੱਕੇ ਸੀਗੇ, ਮੇਰੇ ਅੰਦਰ ਵੀ ਕੁਛ ਨਹੀਂ ਸੀ ਜਾ ਸਕਦਾ। ਮੈਂ ਸਟੋਅ ਦੇ ਨਾਲ ਹੀ ਪਾਣੀ ਪੀਂਦੀ ਸੀ, ਮੈਂ ਬੋਲ ਨਹੀਂ ਸੀ ਸਕਦੀ। ਪਰ ਫੇਰ ਵੀ ਮੈਂ ਗੁੱਸੇ ਦੇ ਵਿੱਚ ਆਣ ਕੇ ਜਦੋਂ ਮੈਂ ਥੋੜੀ ਜਿਹੀ ਅੱਖ ਖੋਲ ਕੇ ਏਦਾਂ ਮਾੜਾ ਜਿਹਾ ਦੇਖਿਆ ਤਾਂ ਉਹ ਬਾਈਬਲ ਉਹਨੇ ਚੱਕੀ ਆ ਹੱਥ 'ਚ, ਤੇ ਮੈਂ ਗੁੱਸੇ ਦਾ ਆਣ ਕੇ ਉਹਨੂੰ ਕਹਿੰਦੀ, ਮੈਂ ਕਿਹਾ ਤੂੰ ਸਿੰਘ ਹੋ ਕੇ ਬਾਈਬਲ ਲੈ ਕੇ ਆਇਆ, ਕਾਸ਼ ਕੇ ਗ੍ਰੰਥ ਮੇਰੇ ਕੋਲ ਜਾਂ ਗੁਟਕਾ ਲੈ ਕੇ ਆਉਂਦਾ, ਮੈਂ ਤੇਰੇ ਤੇ ਜ਼ਿਆਦਾ ਪ੍ਰਾਊਡ ਹੁੰਦੀ। ਮੈਂ ਕਿਹਾ ਤੂੰ ਬਾਹਰ ਨਿਕਲ ਮੇਰੇ ਕਮਰੇ ਦੇ ਵਿੱਚੋਂ, ਮੈਨੂੰ ਇਹਦੇ ਬਾਰੇ ਦੱਸਣਾ। ਪਰ ਉਹਨੇ ਮੈਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਂਟੀ ਇੱਕ ਤੁਹਾਡੇ ਲਾਗੇ ਪਾਰਕਿੰਗ ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀ, ਉਹਨੂੰ ਜਾਣਦੇ ਸੀ, ਕਹਿੰਦੇ ਵੀ ਉਹਨੂੰ ਵੀ ਲਕੀਮੀਆ ਹੋ ਗਿਆ ਸੀ, ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਚਰਚ ਵਾਲੇ ਬੰਦੇ ਪ੍ਰੇਅਰ ਕਰਨ ਗਏ ਤੇ ਉਹ ਮੁੜ ਕੇ ਠੀਕ ਹੋ ਗਿਆ ਮੁੰਡਾ। ਮੈਂ ਕਿਹਾ ਏਦਾਂ ਕੋਈ ਗੱਲ ਨਹੀਂ, ਸਾਡੇ ਗੁਰੂ ਵੀ ਕਰ ਸਕਦੇ, ਸਾਰਾ ਕੁਛ ਕਰ ਸਕਦੇ ਆ। ਤੇ ਚਲੋ ਠੀਕ ਆ। ਮੈਂ ਉਦੋਂ ਜਿੱਦਾਂ ਸੁਣਿਆ ਤਾਂ ਮੇਰੀਆਂ ਗਾਲਾਂ ਜਿੰਨੀਆਂ ਕਿ ਮੈਂ ਉਹਨੂੰ ਕੱਢਣੀਆਂ ਸੀ ਕੱਢ ਕੇ ਉਹਨੂੰ ਉੱਥੋਂ ਰੂਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਹ ਚਲੇ ਗਿਆ ਘਰ। ਜਨਵਰੀ ਦੇ ਵਿੱਚ ਸਾਡੇ ਘਰ ਅੱਗ ਲੱਗੀ ਤੇ ਜੂਨ ਦੇ ਵਿੱਚ ਜਾ ਕੇ ਉਦੋਂ ਤੱਕ ਤਾਂ ਮੈਂ ਠੀਕ ਹੋ ਗਈ ਸੀ। ਤਾਂ ਮੇਰੀ ਭੈਣ ਬਰਮਿੰਘਮ ਰਹਿੰਦੀ ਆ ਤੇ ਉਹਦੇ ਇੱਕੋ ਹੀ ਬੇਟਾ ਤੇ 3 ਬੇਟੀਆਂ ਉਹਦੇ, ਤੇ ਮੇਰੀ ਭੈਣ ਦਾ ਬੇਟਾ ਉਹ 14 ਸਾਲ ਦਾ ਸੀ ਉਸ ਟਾਈਮ ਤੇ ਉਹਨੂੰ ਕੈਂਸਰ ਹੋ ਗਈ। ਸਾਨੂੰ ਨਹੀਂ ਸੀ ਪਤਾ ਕਿ ਕੈਂਸਰ ਆ, ਤੇ ਉਹਦੇ ਏਦਾਂ ਗਲੇ ਦੇ ਵਿੱਚ ਇੱਕ ਲੰਪ ਜਿਹਾ ਹੋਇਆ
ਤੇ ਮੇਰੇ ਚਾਚਾ ਜੀ ਦਾ ਮੁੰਡਾ ਡਾਕਟਰ ਆ, ਉਹਨੇ ਦੇਖ ਕੇ ਇੱਕਦਮ ਹੀ ਇਹ ਹਸਪੀਟਲ ਭੇਜ ਦਿੱਤਾ। ਕਹਿੰਦੇ ਨਹੀਂ ਇਹਦੀ ਸਰਜਰੀ ਆਪਾਂ ਕਰਦੇ ਆ, ਦੇਖਦੇ ਆ ਕੀ ਕਰਨਾ। ਉਹਨੇ ਸਾਰਾ ਕੁਝ ਕੀਤਾ ਤੇ ਸਾਨੂੰ ਥੋੜੇ ਦਿਨਾਂ ਬਾਅਦ ਹੀ ਜਿੱਦਾਂ ਪਤਾ ਲੱਗ ਗਿਆ ਕਿ ਇਹਨੂੰ ਕੈਂਸਰ ਵਾ। ਤੁਹਾਨੂੰ ਪਤਾ ਕਿ 1980 ਦੇ ਵਿੱਚ ਤਾਂ ਇੰਨਾ ਇਲਾਜ ਵੀ ਨਹੀਂ ਸੀ ਜਿੰਨਾ ਹੁਣ ਨਿਕਲਿਆ ਹੈ ਇਲਾਜ। ਉਸ ਵੇਲੇ ਤਾਂ ਜਿੱਦਾਂ ਜਦੋਂ ਸਾਨੂੰ ਪਤਾ ਲੱਗਾ ਕਿ ਇਹਨੂੰ ਕੈਂਸਰ ਵਾ ਤੇ ਸਾਡੇ ਤਾਂ ਹੱਥਾਂ ਦੀਆਂ ਇੱਕ ਸਾਰੇ ਪਰਿਵਾਰ ਦੀਆਂ ਜਿੱਦਾਂ ਛੁੱਟ ਗਈਆਂ ਵੀ, ਸਾਰੇ ਰੋਣ ਲੱਗ ਪਏ ਵੀ ਇੱਕੋ ਹੀ ਇੱਕ ਮੁੰਡਾ ਆ, ਫੈਮਿਲੀ ਦਾ ਨਾਮ ਵੀ ਜਿਸ ਤਰ੍ਹਾਂ ਆਪਣੇ ਕਲਚਰ ਚ ਆ ਕੇ ਮੁੰਡੇ ਦੇ ਨਾਲ ਹੀ ਫੈਮਿਲੀ ਦਾ ਨਾਂ ਚੱਲਣਾ। ਭੈਣ ਦੇ ਇੱਕੋ ਹੀ ਬੇਟਾ ਸੀ, ਹੋਰ ਕੋਈ ਨਹੀਂ ਘਰ ਚ ਸੀ। ਮੈਂ ਕਿਹਾ ਭੈਣ ਜੀ ਦਾ ਤਾਂ ਨਾਂ ਹੀ ਖਤਮ ਹੋ ਜਾਣਾ। ਤੇ ਅਸੀਂ ਇੱਕਦਮ ਲੰਡਨ ਤੋਂ ਬਰਮਿੰਘਮ ਗਏ ਤੇ ਜਦੋਂ ਮੈਂ ਆਪਣੇ ਭਾਣਜੇ ਨੂੰ ਦੇਖਣ ਜਾ ਰਹੀ ਸੀ ਹਸਪੀਟਲ ਦੇ ਵਿੱਚ ਗਈ ਆ ਤੇ ਜਦੋਂ ਮੈਂ ਹਸਪੀਟਲ ਵੜਨ ਲੱਗੀ ਮੈਨੂੰ ਹਾਲੀ ਤਾਈਂ ਉਹ ਯਾਦ ਆਉਂਦਾ ਕਿ ਜਿਸ ਤਰ੍ਹਾਂ ਮੇਰੇ ਦਿਮਾਗ ਦੇ ਵਿੱਚ ਉਹੀ ਗੱਲ ਆਉਣ ਲੱਗ ਪਈ ਵੀ ਜਿਸ ਤਰ੍ਹਾਂ ਉਸ ਮੁੰਡੇ ਨੂੰ ਜਿਹੜਾ ਬਾਕਿੰਗ ਰਹਿੰਦਾ ਸੀ ਉਹਨੂੰ ਜੀਸਸ ਨੇ ਠੀਕ ਕੀਤਾ ਤੇ ਮੈਂ ਕਿਹਾ ਚਲੋ ਅਸੀਂ ਵੀ ਜੀਸਸ ਨੂੰ ਟੈਸਟ ਕਰਕੇ ਦੇਖ ਲਾਂਗੇ ਕਿ ਇਹਨੂੰ ਵੀ ਠੀਕ ਕਰ ਸਕਦਾ ਆ। ਤੇ ਮੈਂ ਉੱਥੋਂ ਉਹਨੂੰ ਦੇਖ ਕੇ ਆਪਣੇ ਭਾਣਜੇ ਨੂੰ ਫਿਰ ਮੈਂ ਘਰ ਆਪਣੀ ਭੈਣ ਕੋਲ ਆਈ ਤੇ ਮੈਂ ਆਪਣੀ ਭੈਣ ਨੂੰ ਕਿਹਾ, ਮੈਂ ਕਿਹਾ ਭੈਣ ਜੀ ਚਲੋ ਆਪਾਂ ਵੀ ਠੀਕ ਆ, ਮੰਨਣਾ ਨਾ ਮੰਨਣਾ ਇੱਕ ਪਾਸੇ, ਮੈਂ ਕਿਹਾ ਮੈਨੂੰ ਏਦਾਂ ਪਤਾ ਲੱਗਾ ਸੀ ਤੇ ਆਪਾਂ ਚਲੋ ਜੀਸਸ ਨੂੰ ਟੈਸਟ ਕਰਕੇ ਦੇਖਦੇ ਆ ਕਿ ਉਹ ਠੀਕ ਕਰੂਗਾ। ਤੇ ਮੇਰੀ ਭੈਣ ਕਹਿੰਦੀ ਚਲੋ, ਮੇਰੀ ਭੈਣ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਿੰਘਾਂ ਦੇ ਵਿੱਚ ਹੁੰਦਾ ਆ ਕਿ ਉਹਦਾ ਬਿਮਾਰ ਦਾ ਹੱਥ ਲਵਾ ਕੇ ਪੈਸੇ ਰੱਖ ਲੈਣੇ। ਮੇਰੀ ਭੈਣ ਨੇ ਉਹਨੇ ਰੱਖੇ ਸੀ ਮੁੰਡੇ ਦਾ ਹੱਥ ਲਵਾ ਕੇ ਭਾਣਜੇ ਮੇਰੇ ਦਾ ਤੇ ਉਹਨੂੰ ਮੈਨੂੰ 20 ਪਾਉਂਡ ਦੇ ਦਿੱਤੇ। ਕਹਿੰਦੀ ਲੈ ਜਾ ਆਹ 20 ਪਾਉਂਡ, ਜਿਹਦੇ ਕੋਲੋਂ ਤੂੰ ਪ੍ਰੇਅਰ ਕਰਾਉਂਗੀ ਅਰਦਾਸ ਕਰਾਉਂਗੀ ਤਾਂ ਉਹਨੂੰ ਦੇ ਦੇਈਂ, ਕਹਿ ਦੇ ਕਿ 20 ਪਾਉਂਡ ਲੈ ਲੈ ਤੇ ਪ੍ਰੇਅਰ ਕਰ ਦੇ। ਮੈਂ ਕਿਹਾ ਠੀਕ ਆ। ਅਸੀਂ ਜਦੋਂ ਉੱਥੋਂ ਲੰਡਨ ਨੂੰ ਆ ਗਏ ਬਰਮਿੰਘਮ ਤੋਂ, ਜਦੋਂ ਆਏ ਘਰ ਅਸੀਂ ਸਿੱਧੇ ਉਹਨਾਂ ਦੇ ਘਰ ਗਏ ਆਪਣੇ ਰਿਸ਼ਤੇਦਾਰ ਦੇ, ਉਹਨਾਂ ਨੂੰ ਕਿਹਾ ਕਿ ਜਿਹੜਾ ਕੋਈ ਪ੍ਰੇਅਰ ਕਰਦਾ ਸਾਡੇ ਘਰ ਲੈ ਕੇ ਆਓ। ਦੂਸਰੇ ਦਿਨ ਉਹਨੂੰ ਕਿਸੇ ਨੂੰ ਆਪਣੇ ਭਾਈ ਨੂੰ, ਇਹ ਵੀ ਪਾਕਿਸਤਾਨ ਤੋਂ ਸੀ ਭਾਈ ਉਹ, ਤੇ ਉਹਨਾਂ ਨੂੰ ਸਾਡੇ ਘਰ ਲੈ ਕੇ ਆਏ। ਜਦੋਂ ਭਾਜੀ ਆਏ ਘਰ ਅਸੀਂ ਤਾਂ ਕਾਫੀ ਅਪਸੈਟ ਸੀ, ਰੋ ਰਹੇ ਸੀ ਕਿ ਵੀ ਟੋਨੀ ਦਾ ਤਾਂ ਹੁਣ ਕੰਮ ਖਤਮ ਹੀ ਆ, ਕਿਉਂਕਿ ਮੇਰੇ ਬ੍ਰਦਰ ਨੇ ਵੀ ਦੱਸ ਦਿੱਤਾ ਸੀ ਬਈ ਇਹ ਜਿਹੜੀ ਕੈਂਸਰ ਹੈ ਬਹੁਤ ਛੇਤੀ ਸਪਰੈਡ ਹੋ ਰਹੀ ਆ ਹਨਾ। ਤੇ ਅਸੀਂ ਸਾਡੇ ਤਾਂ ਜਿੱਦਾਂ ਇਹੀ ਸੀ ਵੀ ਜੋ ਵੀ ਕੋਈ ਕਹਿਣ ਨੂੰ ਕਹਿੰਦਾ ਆ ਅਸੀਂ ਉਹੀ ਮੰਨਣ ਨੂੰ ਤਿਆਰ ਆ। ਤੇ ਪਰ ਉਸ ਵੇਲੇ ਭਾਜੀ ਨੇ ਕਿਹਾ ਕਿ ਚਲੋ ਆਪਾਂ ਪ੍ਰੇਅਰ ਕਰਦੇ ਆ। ਮੈਂ ਜਲਦੀ ਨਾਲ ਕਿਹਾ, ਮੈਂ ਕਿਹਾ ਭਾਜੀ ਆ 20 ਪਾਉਂਡ ਲੈ ਲਓ, ਇਹਦੇ ਹਿਸਾਬ ਨਾਲ ਪ੍ਰੇਅਰ ਕਰੋ ਹਨਾ ਤੁਸੀਂ। ਭਾਜੀ ਕਹਿੰਦੇ ਕਿ ਬਾਈਬਲ ਦੇ ਵਿੱਚ ਲਿਖਿਆ ਫ੍ਰੀ ਮਿਲਿਆ ਤੇ ਫ੍ਰੀ ਦਿਓ। ਮੈਂ ਵੀ ਇਹ 20 ਪਾਉਂਡ ਨਹੀਂ ਲੈਣੇ, ਇਹ ਤੁਸੀਂ ਕਿਸੇ ਚੈਰਿਟੀ ਚ ਪਾ ਦਿਓ ਤਾਂ ਪ੍ਰੇਅਰ ਆਪਾਂ ਇਕੱਠੇ ਹੋ ਕੇ ਕਰਦੇ। ਮੈਂ ਕਿਹਾ ਨਹੀਂ ਅਸੀਂ ਤਾਂ ਜੀਸਸ ਨੂੰ ਜਾਣਦੇ ਨਹੀਂ, ਸਾਨੂੰ ਤਾਂ ਪਤਾ ਨਹੀਂ ਕੀ ਕਰਨਾ। ਉਹ ਕਹਿੰਦੇ ਨਹੀਂ ਵੀ ਮੈਂ ਵੀ ਤੁਹਾਡੇ ਵਰਗਾ ਇਨਸਾਨ ਆ, ਤੁਸੀਂ ਮੇਰੇ ਵੱਲ ਨਹੀਂ ਦੇਖਣਾ, ਆਪਾਂ ਇਕੱਠੇ ਹੋ ਕੇ ਪ੍ਰੇਅਰ ਕਰਦੇ ਆ। ਤੇ ਕਹਿੰਦੇ ਮੈਂ ਉਸ ਵੇਲੇ ਇਹੀ ਕਿਹਾ, ਮੈਂ ਕਿਹਾ ਜੇ ਜੀਸਸ ਮੇਰੇ ਭਾਣਜੇ ਨੂੰ ਠੀਕ ਕਰ ਦੋ ਤੇ ਮੈਂ ਸਦਾ ਹੀ ਇਹਨੂੰ ਮੰਨੂ। ਤੇ ਪਰ ਮੈਂ ਇਹ ਤਾਂ ਕਹਿ ਦਿੱਤਾ, ਪਰ ਮੇਰੇ ਪਿੱਛੇ ਹੋਰ ਵੀ ਗੱਲ ਸੀ। ਮੈਂ ਕਿਹਾ ਮੇਰੇ ਹਸਬੈਂਡ ਸਿੰਘ ਆ, ਪੱਗ ਬੰਨ੍ਹਦੇ ਆ, ਜੀਸਸ ਨੇ ਜੇ ਇਹ ਕੰਮ ਕਰ ਦਿੱਤਾ ਤੇ ਮੈਂ ਚਰਚ ਕਿੱਦਾਂ ਜਾਊਂਗੀ ਹਨਾ। ਇਹ ਵੀ ਮੇਰੇ ਦਿਮਾਗ ਚ ਹੋਈ ਜਾਂਦਾ ਸੀ। ਪਰ ਅਸੀਂ ਬੈਠਿਆਂ ਨੇ ਚਲੋ ਪ੍ਰੇਅਰ ਕੀਤੀ ਤੇ ਪ੍ਰਭੂ ਨੇ ਤਾਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਭੈਣ ਨੂੰ ਨਹੀਂ ਸੀ ਪਤਾ ਬਰਮਿੰਘਮ ਕਿ ਅਸੀਂ ਅੱਜ ਪ੍ਰੇਅਰ ਕਰ ਰਹੇ ਆ। ਤੇ ਦੂਸਰੇ ਦਿਨ ਉਦਣ ਹੀ ਰਾਤ ਨੂੰ ਮੇਰੀ ਭੈਣ ਨੂੰ ਕੀ ਡ੍ਰੀਮ ਆਉਂਦੀ ਆ ਕਿ ਉਹ ਕਹਿੰਦੀ ਕਿ ਸਵੇਰ ਨੂੰ 8 ਵਜੇ ਆ, ਮੈਂ ਸੁੱਤੀ ਪਈ ਆ ਤੇ ਕਹਿੰਦੀ ਮੈਨੂੰ ਏਦਾਂ ਡ੍ਰੀਮ ਆਉਂਦੀ ਆ ਕਿ ਮੈਂ ਆਪਣੇ ਮੁੰਡੇ ਨੂੰ ਲੈ ਕੇ ਏਦਾਂ ਦੌੜੀ ਜਾਂਦੀ ਆ ਤੇ ਕਹਿੰਦੀ ਮੈਂ ਇੱਕ ਕਮਰੇ ਦੇ ਵਿੱਚ ਜਿੰਦਾ, ਕਹਿੰਦੀ ਮੈਨੂੰ ਏਦਾਂ ਲੱਗਦਾ ਕਿ 2-3 ਬੰਦੇ ਉਹਦੇ ਮਗਰ ਆਉਂਦੇ ਆ ਤੇ ਵੀ ਇਹਨੂੰ ਲੈ ਲੈਣਾ ਉਹਨਾਂ ਨੇ ਮੇਰੇ ਕੋਲੋਂ। ਪਰ ਕਹਿੰਦੀ ਮੈਂ ਇੱਕ ਕਮਰੇ ਦੇ ਵਿੱਚ ਇਹ ਜਿੱਦਾਂ ਵੜ ਗਈ ਦੌੜ ਕੇ ਤੇ ਕਹਿੰਦੀ ਜਦੋਂ ਮੈਂ ਉਹ ਕਮਰੇ ਦੇ ਵਿੱਚ ਆਪਣੇ ਮੁੰਡੇ ਨੂੰ ਸੱਟ ਕੇ ਤਾਂ ਮੈਂ ਡੋਰ ਵੱਲ ਨੂੰ ਆਣ ਕੇ ਦੇਖਦੀ ਵੀ ਬੰਦੇ ਮਗਰ ਹੀ ਆਉਂਦੇ ਆ। ਜਦੋਂ ਕਹਿੰਦੀ ਉਹ ਮੈਂ ਦੇਖਿਆ ਕਿ ਬੰਦੇ ਮਗਰ ਨਹੀਂ ਆਉਂਦੇ ਸੀ, ਪਰ ਡੋਰ ਦੇ ਮੂਹਰੇ ਕਹਿੰਦੀ ਜਿੱਦਾਂ ਜੀਸਸ ਦੀਆਂ ਫਿਲਮਾਂ ਅਸੀਂ ਕ੍ਰਿਸਮਸ ਨੂੰ ਦੇਖਦੇ ਸੀ ਏਦਾਂ ਜੀਸਸ ਡੋਰ ਦੇ ਮੂਹਰੇ ਕਹਿੰਦੀ ਖੜਾ ਆ ਤੇ ਏਦਾਂ ਉਹਨੇ ਹੱਥ ਏਦਾਂ ਕਹਿੰਦੀ ਕੀਤਾ ਆ ਤਾਂ ਕਹਿੰਦੀ ਲਾਲ ਜਿਹਾ ਕੱਪੜਾ ਮੁੰਡੇ ਦੇ ਉੱਤੇ ਸੱਟ ਕੇ ਕਹਿੰਦੀ ਨਾਲ ਇਹ ਕਹਿ ਦਿੱਤਾ ਕਿ ਤੇਰੇ ਬੇਟੇ ਨੂੰ ਕੋਈ ਨਹੀਂ ਤੇਰੇ ਕੋਲੋਂ ਲੈ ਸਕਦਾ। ਪਰ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਇਹਦਾ ਕੀ ਮਤਲਬ, ਸਾਨੂੰ ਵੀ ਨਹੀਂ ਸੀ ਪਤਾ ਕਿ ਉਸ ਵੇਲੇ ਕਿ ਲਾਲ ਕੱਪੜੇ ਦਾ ਕੀ ਮਤਲਬ। ਹੁਣ ਪਤਾ ਲੱਗਦਾ ਕਿ ਪ੍ਰਭੂ ਨੇ ਆਪਣੇ ਬਲੱਡ ਦੇ ਨਾਲ ਉਹਨੂੰ ਕਵਰ ਕਰ ਦਿੱਤਾ ਸੀ ਬੇਟੇ ਨੂੰ, ਪਰ ਸਾਨੂੰ ਨਹੀਂ ਸੀ ਪਤਾ। ਫਿਰ ਉਧਰੋਂ ਮੇਰੇ ਬ੍ਰਦਰ ਨੇ ਵੀ ਏਦਾਂ ਸ਼ੁਰੂ ਕਰ ਦਿੱਤਾ ਕਿ ਇਹਦੀ ਮੈਡੀਕਲ ਆਪਾਂ ਇਹਦਾ ਇਲਾਜ ਹੈ ਕੋਈ ਨਾ ਕੋਈ ਦੇਖੀਏ ਕਿ ਅਮਰੀਕਾ ਤੋਂ ਇੰਜੈਕਸ਼ਨ ਮੰਗਾਉਂਦੇ ਆ ਕਰਦੇ ਕਿੰਨਾ ਕੁਛ ਕਰਦੇ ਰਹੇ ਮਤਲਬ। ਫਿਰ ਇੱਧਰ ਇੱਕ ਜਿੱਦਾਂ ਜਰਮਨ ਤੋਂ ਰੋਇਲ ਕੇ ਉਹ ਆਇਆ ਤੇ ਅਸੀਂ ਆਪਣੇ ਭੈਣ ਨੂੰ ਕਿਹਾ ਕਿ ਇਹਨੂੰ ਇੱਥੇ ਲੈ ਕੇ ਆਵੋ ਵੀ ਆਪਾਂ ਉਹਦੇ ਕੋਲੋਂ ਪ੍ਰੇਅਰ ਕਰਾਉਂਦੇ ਆ। ਤੇ ਭੈਣ ਜੀ ਹੁਣੀ ਮੇਰੇ ਭਾਜੀ ਸਾਰੇ ਜਣੇ ਆਏ ਉੱਥੋਂ ਲੈ ਕੇ ਉਹਨੂੰ। ਤੇ ਜਦੋਂ ਉਹਨਾਂ ਨੇ ਉਹਦੇ ਹਾਲ ਦੇ ਵਿੱਚ ਖੜੇ ਸੀ ਤੇ ਮੇਰੇ ਭਾਣਜੇ ਨੂੰ ਸਾਰਿਆਂ ਨੂੰ ਕਿਹਾ, ਉਹਨੇ ਜਿੱਦਾਂ ਖੜੇ ਹੋ ਕੇ ਕਹਿੰਦੇ ਵੀ ਜਿੱਥੇ ਜਿੱਥੇ ਕਿਸੇ ਦਾ ਕੁਝ ਦੁਖਦਾ ਤੇ ਤੁਸੀਂ ਹੱਥ ਰੱਖੋ ਉੱਤੇ ਤੇ ਮੈਂ ਪ੍ਰੇਅਰ ਕਰੂੰਗਾ।
ਤੇ ਮੇਰੇ ਭਾਣਜੇ ਨੂੰ ਅਸੀਂ ਦੱਸਿਆ ਨਹੀਂ ਸੀਗਾ ਕਿ ਇਹਨੂੰ ਕੈਂਸਰ ਵਾ, ਕਿਉਂਕਿ ਉਹ 14 ਸਾਲ ਦਾ ਸੀ, ਛੋਟਾ ਸੀ। ਤੇ ਅਸੀਂ ਕਿਹਾ ਵੀ ਇਹਨੇ ਡਰ ਜਾਣਾ, ਉਦਾਂ ਹੀ ਉਹਨੂੰ ਕਿਹਾ ਸੀ ਵੀ ਤੂੰ ਠੀਕ ਨਹੀਂ ਹੈਗਾ। ਤੇ ਜਦੋਂ ਉਹਨੇ ਪ੍ਰੇਅਰ ਕੀਤੀ ਤਾਂ ਮੇਰਾ ਭਾਣਜਾ ਪਿੱਛੇ ਖੜਾ, ਤੇ ਜਦੋਂ ਉਹਨੇ ਬਾਅਦ ਵਿੱਚ ਕਿਹਾ, ਕਹਿੰਦਾ ਵੀ ਜੇ ਕਿਸੇ ਨੂੰ ਕੋਈ ਫੀਲ ਹੋਇਆ ਤਾਂ ਉਹ ਸਟੇਜ ਤੇ ਆਣ ਕੇ ਦੱਸੇ। ਤਾਂ ਮੇਰਾ ਭਾਣਜਾ ਏਦਾਂ ਨਾ, ਟੋਨੀ ਉਹਦਾ ਨਾਂ ਆ, ਤੇ ਉਹਨੂੰ ਦੌੜਿਆ ਜਾਂਦਾ ਸਟੇਜ ਵੱਲ ਨੂੰ। ਮੈਂ ਦੇਖੀ ਜਾਂਦੀ, ਮੈਂ ਕਿਹਾ ਟੋਨੀ ਤਾਂ ਇੰਨਾ ਸ਼ਾਈ ਮੁੰਡਾ ਆ ਵੀ ਸਾਨੂੰ ਵੀ ਨਹੀਂ ਸੀ ਕਦੇ ਘਰ ਗਿਆ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੁੰਦਾ, ਤੇ ਅੱਜ ਇਹ ਸਟੇਜ ਤੇ ਇੰਨੇ ਬੰਦਿਆਂ ਦੇ ਮੂਹਰੇ ਦੌੜਿਆ ਜਾਂਦਾ। ਤੇ ਉਹਨੇ ਪੁੱਛਿਆ, ਕਹਿੰਦੇ ਵੀ ਤੈਨੂੰ ਕੀ ਹੋਇਆ? ਤੇ ਉਹ ਕਹਿੰਦਾ ਜਦੋਂ ਤੁਸੀਂ ਪ੍ਰੇਅਰ ਕੀਤੀ ਆ, ਮੈਨੂੰ ਏਦਾਂ ਲੱਗਾ ਕਿ ਮੇਰੇ ਅੰਦਰੋਂ ਕੋਈ ਚੀਜ਼ ਨਿਕਲ ਗਈ ਆ, ਮੈਂ ਲਾਈਟ ਜਿਹਾ ਫੀਲ ਕਰਦਾ। ਤੇ ਮਤਲਬ ਕਿ ਉਦੋਂ ਤੋਂ ਉਹਦੀ ਹੀਲਿੰਗ ਸ਼ੁਰੂ ਹੋ ਗਈ। ਤੇ ਜਦੋਂ ਉਹਨਾਂ ਨੇ ਕਿਹਾ ਸੀ ਫਿਰ ਵੀ ਇਹਦੇ ਇੰਜੈਕਸ਼ਨ ਅਸੀਂ ਲਾਉਣੇ ਸ਼ੁਰੂ ਕਰਨੇ ਆ, ਉਦੋਂ ਜਦੋਂ 2 ਇੰਜੈਕਸ਼ਨ ਲੱਗ ਗਏ, ਉਸ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਵੀ ਬੇਸ਼ੱਕ ਤੁਸੀਂ ਪੂਰੀ ਟ੍ਰੀਟਮੈਂਟ ਕਰਾਓ ਜਾਂ ਨਾ ਕਰਾਓ, ਮੁੰਡਾ ਠੀਕ ਹੋ ਜਾਊਗਾ। ਅਸੀਂ ਪ੍ਰਭੂ ਦੀ ਇੰਨੀ ਵਡਿਆਈ ਉਸ ਵੇਲੇ ਤਾਂ ਨਹੀਂ ਸੀ ਕਰਦੇ, ਅਸੀਂ ਤਾਂ ਇਹੀ ਸੀ ਵੀ ਪ੍ਰਭੂ ਨੇ ਆਪਣਾ ਕੰਮ ਕਰ ਦਿੱਤਾ। ਪਰ ਮੇਰੇ ਅੰਦਰ ਇਹ ਡਰ ਸੀ ਕਿ ਮੈਂ ਪ੍ਰਭੂ ਨਾਲ ਪ੍ਰੋਮਿਸ ਕੀਤਾ, ਪ੍ਰਭੂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਮੇਰੇ ਭਾਣਜੇ ਨੂੰ ਠੀਕ ਕੀਤਾ। ਉਹਨੇ ਇੰਨਾ ਠੀਕ ਕੀਤਾ ਕਿ ਦੇਖ ਲਓ ਕਿ ਅੱਜ ਤੱਕ ਵੀ ਜਿਹਨੂੰ ਜਿੱਦਾਂ ਕਿ ਕਹਿੰਦੇ ਆ ਕਿ ਪ੍ਰਭੂ ਜਿਹਨੂੰ ਠੀਕ ਕਰਦਾ ਉਹਨੂੰ ਕੰਪਲੀਟ ਹੀਲ ਕਰਦਾ, ਉਹ ਏਦਾਂ ਨਹੀਂ ਵੀ ਅੱਧਾ ਕੰਮ ਕਰਦਾ। ਕਿਉਂਕਿ ਮੇਰੀ ਭੈਣ ਨੂੰ ਕਿਸੇ ਨੇ ਵਹਿਮ ਪਾ ਦਿੱਤਾ ਕਿ 10 ਸਾਲ ਬਾਅਦ ਕੈਂਸਰ ਫੇਰ ਨਿਕਲ ਆਉਂਦੀ ਆ। ਮੇਰੀ ਭੈਣ ਨੇ ਕਿਹਾ ਕਿ ਸਾਡਾ ਫੈਮਿਲੀ ਦਾ ਨਾਂ ਚੱਲਦਾ ਰਹਿ ਜਾਊ। ਉਹਨੇ 18 ਸਾਲ ਦਾ ਜਦੋਂ ਹੋਇਆ, ਮੇਰਾ ਭਾਣਜਾ 14 ਸਾਲ ਦਾ ਸੀ ਜਦੋਂ ਉਹਨੂੰ ਕੈਂਸਰ ਹੋਈ। ਜਦੋਂ 18 ਸਾਲ ਦਾ ਹੋਇਆ ਤਾਂ ਉਹਦਾ ਵਿਆਹ ਕਰ ਦਿੱਤਾ। ਕਹਿੰਦੇ ਇਹਦੇ ਕੋਈ ਬੱਚਾ ਹੋ, ਸਾਡੀ ਫੈਮਿਲੀ ਚ ਵੀ ਨਾਂ ਰਹਿ ਜਾਊਗਾ। ਤੇ ਦੇਖ ਲਓ ਕਿ ਭੈਣ ਦਾ ਤਾਂ ਸਕੀਮ ਇਹੀ ਸੀ ਕਿ 10 ਸਾਲ ਬਾਅਦ ਪਤਾ ਨਹੀਂ ਫੇਰ ਕੈਂਸਰ ਨਿਕਲੂਗੀ। ਪਰ ਅੱਜ ਵੀ ਉਹ ਮੇਰਾ ਭਾਣਜਾ, ਉਹਦੇ 3 ਬੱਚੇ ਆ, 2 ਮੁੰਡੇ 1 ਕੁੜੀ, ਤੇ ਪੁਲਿਸਮੈਨ ਵਾ। ਸਾਨੂੰ ਕਦੇ ਨਾ ਕਦੇ ਫਲੂ ਹੋ ਸਕਦਾ, ਪਰ ਉਹਨੂੰ ਪਰਮੇਸ਼ਰ ਨੇ ਇਦਾਂ ਦਾ ਹੀਲ ਕੀਤਾ, ਅੱਜ ਤੱਕ ਬਿਲਕੁਲ ਕੰਪਲੀਟ ਆ। ਪ੍ਰਭੂ ਦੀ ਵਡਿਆਈ ਹੋਵੇ। ਤੇ ਫਿਰ ਮੇਰੇ ਅੰਦਰ ਇਹ ਡਰ ਸੀ ਕਿ ਮੇਰੇ ਹਸਬੈਂਡ ਸਿੰਘ ਆ ਤੇ ਮੈਂ ਪ੍ਰਭੂ ਨਾਲ ਵਾਅਦਾ ਕਰ ਲਿਆ। ਪਰ ਉਸ ਵੇਲੇ ਜਦੋਂ ਭਾਜੀ ਜਿਹੜੇ ਪ੍ਰੇਅਰ ਕਰਨ ਆਏ ਸੀ, ਉਹਨਾਂ ਨੇ ਕਿਹਾ ਕਿ ਆਹ ਸਾਧੂ ਸੁੰਦਰ ਸਿੰਘ ਦੀ ਬੁੱਕ ਲੈ ਲਓ ਤੇ ਇਹ ਪੜ੍ਹੋ ਤੁਸੀਂ, ਤਾਂ ਫਿਰ ਮੈਂ ਤੁਹਾਨੂੰ ਬਾਈਬਲ ਵੀ ਦਊਂਗਾ, ਪ੍ਰਭੂ ਦੇ ਸ਼ਬਦ। ਤੇ ਜਦੋਂ ਉਸ ਤੋਂ ਬਾਅਦ ਜਦੋਂ ਸੰਡੇ ਆਇਆ ਤੇ ਮੇਰੇ ਹਸਬੈਂਡ ਮੇਰੇ ਤੋਂ ਪਹਿਲਾਂ ਹੀ ਕਹਿੰਦੇ ਚਲੋ ਆਪਾਂ ਚਰਚ ਚੱਲੀਏ। ਮੈਂ ਪ੍ਰਭੂ ਦਾ ਇੰਨਾ ਸ਼ੁਕਰ ਕੀਤਾ, ਮੈਂ ਕਿਹਾ ਮੈਂ ਜਿਹੜੀ ਚੀਜ਼ ਤੋਂ ਡਰਦੀ ਸੀ, ਪ੍ਰਭੂ ਨੇ ਪਹਿਲਾਂ ਮੇਰੇ ਹਸਬੈਂਡ ਨੂੰ ਤਿਆਰ ਕੀਤਾ। ਤੇ ਅਸੀਂ ਇਕੱਠੇ ਹੋ ਕੇ ਉਦੋਂ ਤੋਂ ਪ੍ਰਭੂ ਦੇ ਨਾਂ ਦੀ ਵਡਿਆਈ ਕਰਦੇ ਹਾਂ, ਪ੍ਰਭੂ ਦੇ ਵਿੱਚ ਚੱਲਦੇ। ਪ੍ਰਭੂ ਨੇ ਸਾਡੀਆਂ ਕਾਫੀ ਪ੍ਰਾਰਥਨਾ ਸੁਣੀਆਂ, ਤੇ ਜਿਹੜਾ ਕਿ ਅੱਜ ਤੱਕ ਸਭ ਤੋਂ ਵੱਡੀ ਇਹੀ ਆ ਕਿ ਪ੍ਰਭੂ ਨੇ ਸਾਡੇ ਦਿਲ ਖੋਲੇ, ਸਾਡੀ ਫੈਮਿਲੀ ਦੇ ਵਿੱਚੋਂ ਕਈਆਂ ਨੂੰ ਬਚਾਇਆ, ਤੇ ਪ੍ਰਭੂ ਨੇ ਸਾਨੂੰ ਅੱਜ ਤੱਕ ਸਾਂਭ ਕੇ ਰੱਖਿਆ। ਫਿਰ ਮੈਂ ਇੱਕ ਛੋਟੀ ਜਿਹੀ ਗਵਾਹੀ, ਕਿਉਂਕਿ ਇਹ ਪਰਮੇਸ਼ਰ ਨੇ ਮੈਨੂੰ ਜ਼ਰੂਰੀ ਦਿੱਤੀ ਆ ਕਿ ਜਿੱਥੇ ਵੀ ਤੂੰ ਗਵਾਹੀ ਦਿੰਦੀ ਆ, ਜਿਹੜੇ ਮੇਰੇ ਵੱਡੇ ਕੰਮ ਆ ਉਹ ਜ਼ਰੂਰ ਦੱਸ। ਮੇਰੇ ਹਸਬੈਂਡ ਦਾ 85 ਦੇ ਵਿੱਚ ਕੰਮ ਤੇ ਐਕਸੀਡੈਂਟ ਹੋ ਗਿਆ ਸੀ। ਇਹਨਾਂ ਦੀ ਬੈਕ ਦੀ ਹੱਡੀ ਕਰੈਕ ਹੋ ਗਈ, ਤੇ ਥੋੜੀ ਦੇਰ ਬਾਅਦ ਉਹ ਕਰੈਕ ਹੋਈ ਹੱਡੀ, ਹੌਲੀ ਹੌਲੀ ਉੱਥੋਂ ਜਿੱਥੇ ਸੱਟ ਲੱਗੀ ਸੀ ਡਰਾਈ ਹੋਣੀ ਸ਼ੁਰੂ ਹੋ ਗਈ। ਤਾਂ ਫਿਰ 3 ਸਾਲ ਬਾਅਦ ਜਿੱਦਾਂ ਹਸਪੀਟਲ ਜਾਂਦੇ ਰਹੇ, ਫਿਰ ਐਂਡ ਤੇ ਆਣ ਕੇ ਹਸਪੀਟਲ ਵਾਲਿਆਂ ਨੇ ਇਹੀ ਕਹਿ ਦਿੱਤਾ ਇਹਨਾਂ ਨੂੰ ਬਈ ਅਸੀਂ ਕੁਝ ਕਰ ਨਹੀਂ ਸਕਦੇ, ਜੇ ਤੁਸੀਂ ਕਹਿੰਦੇ ਆ ਤਾਂ ਅਸੀਂ ਇਹਦੀ ਸਰਜਰੀ ਕਰ ਦਿੰਦੇ ਆ। ਇਹ ਕਹਿੰਦੇ ਵੀ ਜੇ ਤਾਂ ਮੇਰਾ ਪੇਨ ਠੀਕ ਹੋਊਗਾ, ਇਹ ਮੇਰੀ ਬੋਨ ਠੀਕ ਹੋਊਗੀ ਜਿੱਥੋਂ ਡਰਾਈ ਹੋਣੀ ਸ਼ੁਰੂ ਹੋ ਗਈ ਆ, ਤੇ ਉਹਨਾਂ ਚਿਰ ਜੇ ਤੁਸੀਂ ਗਰੰਟੀ ਦਿੰਦੇ ਫਿਰ ਤੁਸੀਂ ਸਰਜਰੀ ਕਰ ਦਿਓ। ਉਹ ਕਹਿੰਦੇ ਨਹੀਂ ਅਸੀਂ ਗਰੰਟੀ ਕੋਈ ਨਹੀਂ ਦਿੰਦੇ, ਕਹਿੰਦੇ ਫਿਰ ਮੈਂ ਕਰਾਉਣਾ ਨਹੀਂ। ਫਿਰ ਉਹਨਾਂ ਨੇ ਇਹੀ ਕਿਹਾ, ਕਹਿੰਦੇ ਵੀ ਤੂੰ ਵੱਧ ਤੋਂ ਵੱਧ 2 ਸਾਲ ਤੱਕ ਠੀਕ ਰਹੂੰਗਾ, 1.5-2 ਸਾਲ ਤੋਂ ਬਾਅਦ ਤੂੰ ਵੀਲ ਚੇਅਰ ਤੇ ਚਲ ਜਾਣਾ, ਤੇ ਤੇਰੀ ਜਿਹੜੀ ਹੱਡੀ ਆ ਇਹ ਡਰਾਈ ਹੋਣੀ ਸ਼ੁਰੂ ਹੋਈ ਆ ਸਾਈਡਾਂ ਤੋਂ। ਇਹ ਕਹਿੰਦੇ ਕੋਈ ਗੱਲ ਨਹੀਂ। ਦੇਖੋ ਤੁਸੀਂ ਕਿ 88 ਤੋਂ ਲੱਗ ਕੇ 89 ਤੋਂ ਅੱਜ ਤੱਕ ਮੇਰੇ ਹਸਬੈਂਡ ਬਿਲਡਿੰਗ ਦਾ ਸਾਈਡ ਤੇ ਕੰਮ ਕਰਦੇ ਸੀ, ਭਾਜੀ ਉਹਨਾਂ ਨੂੰ ਪਤਾ, ਅੱਜ ਤੱਕ ਵੀ ਕਦੇ ਕੋਈ ਪ੍ਰੋਬਲਮ ਨਹੀਂ ਹੋਈ, ਕਦੇ ਕੁਛ ਨਹੀਂ ਹੋਇਆ, ਬਿਲਕੁਲ ਠੀਕ ਠਾਕ। ਪ੍ਰਭੂ ਨੇ ਇੰਨਾ ਠੀਕ ਕੀਤਾ। ਫਿਰ ਮੈਂ ਇੱਕ ਦਿਨ ਬੈਠੀ ਸੀ ਤੇ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਤੁਸੀਂ ਹਿਜ਼ਕੀਏਲ ਦੇ ਵਿੱਚੋਂ ਪੜ੍ਹਿਆ ਵੀ ਸੁੱਕੀਆਂ ਹੱਡੀਆਂ ਨੇ? ਤਾਂ ਮੈਂ ਤਾਂ ਕਦੇ ਉਹ ਜਾਣਦੀ ਨਹੀਂ ਸੀ 37 ਚੈਪਟਰ, ਕਿਉਂਕਿ ਬਾਈਬਲ ਪੜ੍ਹਨੀ ਇੰਨਾ ਨਹੀਂ ਸੀ ਕਦੇ ਯਾਦ ਰਹਿੰਦਾ। ਪ੍ਰਭੂ ਨੇ ਮੈਨੂੰ ਸਿੱਧੇ ਸ਼ਬਦ ਦਿੱਤੇ ਕਿ 37 ਚੈਪਟਰ ਪੜ੍ਹ ਹਿਜ਼ਕੀਏਲ ਦਾ। ਜਦੋਂ ਮੈਂ ਪੜ੍ਹਿਆ ਤਾਂ ਉੱਤੇ ਲਿਖਿਆ ਸੁੱਕੀਆਂ ਹੱਡੀਆਂ। ਫਿਰ ਮੈਂ ਪੁੱਛਿਆ, ਮੈਂ ਕਿਹਾ ਪ੍ਰਭੂ ਕੀ ਦੱਸਣਾ ਚਾਹੁੰਦੇ ਮੈਨੂੰ? ਪ੍ਰਭੂ ਕਹਿੰਦੇ ਕਿ ਮੈਂ ਸੁੱਕੀਆਂ ਹੱਡੀਆਂ ਹਰੀਆਂ ਕੀਤੀਆਂ, ਤੇ ਮੇਰੀ ਗਵਾਹੀ ਕਿੱਥੇ ਆ, ਮੇਰਾ ਥੈਂਕਸ ਕਿੱਥੇ ਆ, ਹਨਾ। ਮੈਂ ਉਸੇ ਵੇਲੇ ਉੱਠ ਕੇ ਪ੍ਰੇਅਰ ਕੀਤੀ। ਮੈਂ ਵੀ ਇਹਨਾਂ ਨੂੰ ਵੀ ਦੱਸਿਆ, ਮੈਂ ਕਿਹਾ ਪ੍ਰਭੂ ਨੂੰ ਮੈਂ ਕਿਹਾ ਪ੍ਰਭੂ ਮੈਨੂੰ ਮਾਫ ਕਰਕੇ, ਅਸੀਂ ਤੁਹਾਡੇ ਇੰਨੇ ਵੱਡੇ ਕੰਮ ਜਿਹੜੇ ਤੁਸੀਂ ਕੀਤੇ ਜਿਹਨੂੰ ਡਾਕਟਰ ਵੀ ਹੈਰਾਨ ਸੀ,
ਅੱਜ ਤੱਕ ਉਹ ਇਹੀ ਸੋਚਦੇ ਰਹੇ ਵੀ ਖਰੇ ਅਸੀਂ ਵੀਲ ਚੇਅਰ ਤੇ ਹੀ ਹੋਣੇ ਆ, ਪਰ ਪ੍ਰਭੂ ਦਾ ਸ਼ੁਕਰ ਆ ਕਿ ਸਾਰਾ ਕੰਮ ਕਰਦੇ ਆ, ਕਦੇ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੋਈ ਤੇ ਪ੍ਰਭੂ ਦੀ ਵਡਿਆਈ ਹੈ ਇਹਦੇ ਵਿੱਚ। ਤੇ ਮੈਂ ਉਦੋਂ ਤੋਂ ਪ੍ਰਭੂ ਨੂੰ ਪ੍ਰੋਮਿਸ ਕੀਤਾ ਕਿ ਮੈਂ ਜਿੱਥੇ ਵੀ ਗਵਾਹੀ ਦਊਂਗੀ ਉੱਥੇ ਸੁੱਕੀ ਹੱਡੀ ਦਾ ਕੈਂਸਰ ਦਾ ਤਾਂ ਮੈਂ ਦੱਸਣਾ ਹੀ ਦੱਸਣਾ ਸ਼ੁਰੂ ਦੇ ਵਿੱਚ, ਪਰ ਸੁੱਕੀਆਂ ਹੱਡੀਆਂ ਦਾ ਵੀ ਮੈਂ ਦੱਸੂ ਕਿ ਸਾਡਾ ਪ੍ਰਭੂ ਕਿੱਡੇ ਕਿੱਡੇ ਕੰਮ ਕਰਦਾ। ਇਹਦੇ ਨਾਲ ਹੀ ਮੇਰਾ ਜਿਹੜਾ ਭਾਣਜਾ ਉਹਦੀ ਭੈਣ ਉਹ ਮੇਰੇ ਜੇਠ ਦੇ ਬੇਟੇ ਨੂੰ ਵਿਆਹੀ ਅਵਤਾਰ ਉਹਨਾਂ ਦੇ ਭਤੀਜੇ ਨੂੰ, ਭਾਜੀ ਉਹਨਾਂ ਨੂੰ ਪਤਾ 23 ਸਾਲ ਬਾਅਦ ਉਹਨਾਂ ਦੇ ਬੱਚਾ ਹੋਇਆ, ਪਹਿਲਾਂ ਕੋਈ ਬੱਚਾ ਨਹੀਂ ਹੋਇਆ। 10 ਸਾਲ ਹੋ ਗਏ ਸੀ ਉਹਦੀ ਸ਼ਾਦੀ ਨੂੰ, ਤਾਂ ਪ੍ਰਭੂ ਨੇ ਉਦੋਂ ਮੇਰੇ ਨਾਲ ਗੱਲ ਕੀਤੀ ਕਿ ਮੈਂ ਪਾਰਟਨਰਸ਼ਿਪ ਨਹੀਂ ਚਾਹੁੰਦਾ। ਮੈਂ ਕਹਿੰਦੀ ਸੀ ਮੈਂ ਸਿਲਾਈ ਦਾ ਕੰਮ ਕਰਦੀ ਸੀ ਬੈਠੀ ਮਸ਼ੀਨ ਤੇ, ਮੈਂ ਕਿਹਾ ਪ੍ਰਭੂ ਇਹਦਾ ਕੀ ਮਤਲਬ ਕਿ ਮੈਂ ਪਾਰਟਨਰਸ਼ਿਪ ਨਹੀਂ ਚਾਹੁੰਦਾ। ਮੈਂ ਕਿਹਾ ਕਲੀਅਰ ਦੱਸ। ਪ੍ਰਭੂ ਨੇ ਇਹੀ ਦੱਸਿਆ ਮੈਂ ਪਾਰਟਨਰਸ਼ਿਪ ਨਹੀਂ ਚਾਹੁੰਦਾ। 12 ਸਾਲ ਬਾਅਦ ਮੈਨੂੰ ਜਦੋਂ ਮੇਰੀ ਭਾਣਜੀ ਪ੍ਰੈਗਨੈਂਟ ਹੋਈ ਤੇ ਪ੍ਰਭੂ ਨੇ ਮੈਨੂੰ ਯਾਦ ਕਰਾਇਆ ਕਿ ਮੈਂ ਤੈਨੂੰ ਕਹਿੰਦਾ ਸੀ ਕਿ ਮੈਂ ਪਾਰਟਨਰਸ਼ਿਪ ਨਹੀਂ ਚਾਹੁੰਦਾ। ਮੈਂ ਕਿਹਾ ਇਹਦਾ ਕੀ ਮਤਲਬ? ਪ੍ਰਭੂ ਨੇ ਮੈਨੂੰ ਕਲੀਅਰ ਕਰਕੇ ਦੱਸਿਆ, ਕਹਿੰਦਾ ਕਿ ਇਹਦਾ ਮਤਲਬ ਇਹ ਆ ਕਿ ਉਦੋਂ ਤੁਹਾਡੀਆਂ ਅੱਖਾਂ ਡਾਕਟਰਾਂ ਤੇ ਲੱਗੀਆਂ ਸੀ, ਕਿਉਂਕਿ ਜੇ ਤੁਸੀਂ ਬੱਚਾ ਡਾਕਟਰ ਵੀ ਇਹਦਾ ਇਲਾਜ ਕਰਕੇ ਦੇ ਸਕਦੇ ਸੀ। ਭਾਜੀ ਨੂੰ ਵੀ ਪਤਾ ਵੀ ਕਈ ਤਰ੍ਹਾਂ ਦੇ ਇਲਾਜ ਡਾਕਟਰਾਂ ਨੇ ਕੀਤੇ, ਕੋਈ ਵੀ ਕੰਮ ਨਹੀਂ ਹੋਇਆ। ਨੈਚੁਰਲ ਪਰਮੇਸ਼ਰ ਨੇ ਬੱਚਾ ਉਹਨਾਂ ਨੂੰ ਦਿੱਤਾ, ਕਿਉਂਕਿ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਪਾਰਟਨਰਸ਼ਿਪ ਨਹੀਂ ਚਾਹੁੰਦਾ। ਜੇ ਇਲਾਜ ਦੇ ਨਾਲ ਬੇਟਾ ਆਉਂਦਾ ਉਹਨਾਂ ਦੇ, ਫਿਰ ਅਸੀਂ ਇਹ ਕਹਿਣਾ ਸੀ ਇਲਾਜ ਡਾਕਟਰਾਂ ਨੇ ਕੀਤਾ, ਦਿੱਤਾ ਸਾਡੇ ਪ੍ਰਭੂ ਨੇ। ਫਿਰ ਪ੍ਰਭੂ ਦੀ ਵਡਿਆਈ ਇੰਨੀ ਨਹੀਂ ਸੀ ਹੋਣੀ, ਡਾਕਟਰਾਂ ਦੀ ਵੀ ਨਾਲ ਹੋਣੀ ਸੀ। ਹੁਣ ਫਿਰ ਜਦੋਂ ਉਹ ਮੇਰੀ ਭੈਣ ਜੀ ਦੇ ਬੇਟਾ ਹੋਇਆ, ਉਦੋਂ ਮੇਰੇ ਕੱਲੇ ਈਵਨ ਮੇਰਾ ਜਿਹੜਾ ਬ੍ਰਦਰ ਡਾਕਟਰ ਆ, ਉਹ ਤਾਂ ਉਹਦੀ ਵਾਈਫ ਇੱਥੇ ਪੁੱਛਣ ਆਏ ਹੁਣ ਕਿਹੜਾ ਇਲਾਜ ਕਰਾਇਆ। ਮੈਂ ਕਿਹਾ ਸਾਡੇ ਡਾਕਟਰ ਨੇ ਇਲਾਜ ਕੀਤਾ ਜਿਹਦੇ ਨਾਲ ਸਾਨੂੰ ਇਹ ਬਰਕਤ ਮਿਲੀ ਆ। ਪ੍ਰਭੂ ਦੀ ਵਡਿਆਈ ਹੋਵੇ। ਉਹਦਾ ਨਾਂ ਅਸੀਂ ਸੈਮੂਅਲ ਰੱਖਿਆ, ਭਾਜੀ ਨੂੰ ਪਤਾ ਸ਼ਾਇਦ ਸੁਣਾਈ ਹੋਵੇ ਇਹਨਾਂ ਨੇ ਕਿਤੇ ਸਟੋਰੀ। 23 ਸਾਲ ਬਾਅਦ ਭਾਣਜੀ ਮੇਰੀ ਦੇ ਬੇਟਾ ਹੋਇਆ, ਜਿਹੜਾ ਕਿ ਅੱਜ ਉਹ 16 ਸਾਲ ਦਾ ਹੋ ਗਿਆ। ਪ੍ਰਭੂ ਦਾ ਸ਼ੁਕਰ ਕਰਦੇ ਕਿ ਪ੍ਰਭੂ ਦੇ ਵੱਡੇ ਵੱਡੇ ਕੰਮ ਦੱਸਣ ਲੱਗੀ ਹੈ ਤਾਂ ਭਾਵੇਂ ਸਾਰੀ ਰਾਤ ਬੈਠੇ ਰਹੀਏ, ਪਰ ਇੱਥੇ ਕਿ ਭਾਜੀ ਨੇ ਮੈਨੂੰ ਕਿਹਾ ਸੀ 10 ਮਿੰਟ ਹੀ ਮਿਲਣੇ ਤੁਹਾਨੂੰ। ਪ੍ਰਭੂ ਦਾ ਸ਼ੁਕਰ ਆ ਕਿ ਪ੍ਰਭੂ ਹੁਣ ਤੱਕ ਵੀ ਸਾਡੀਆਂ ਪ੍ਰਾਰਥਨਾ ਸੁਣਦਾ। ਥੈਂਕ ਯੂ ਲੋਰਡ। ਆਮੀਨ।